ਦੇਹ ਸੋ ਕਹਾ ਸੁਆਮੀ। ਮੈਂ ਮੂਰਖ ਕਹਿਨ ਨ ਜਾਈ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਸ਼ਕਤ ਤਖਤਾਂ ਤੇ ਸੁਭਾਈਮਾਨ। ਰਾਜਾਨ ਰਾਜ ਪਾਨਾਨ ਪਾਨ ਦੀਵਾਨ ਦੇਵ ਉਪਮਾ ਮਹਾਨ ਦੇ ਸਮਰੱਥ ਗੁਰੂ ਅਤੇ ਅਕਥ ਗੁਰੂ ਸ਼ਬਦ ਗੁਰੂ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਅਤੇ ਜ਼ਾਹਰ ਪੀਰ ਜਗਤ ਗੁਰੂ ਬਾਬਾ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਸ਼੍ਰੀ ਨਾਨਕ ਪਿਆਓ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਜੁੜ ਮਿਲ ਕਰਕੇ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਗੁਰੂ ਸਾਧ ਸੰਗਤ ਜੀ, ਆਪ ਜੀ ਸ੍ਰੇਸ਼ਟ ਭਾਗਾਂ ਵਾਲਿਓ ਜੋ ਕਿ ਸਾਹਿਬਾਂ ਦੀ ਨਿੱਘੀ ਗੋਦ ਵਿੱਚ ਬੈਠ ਕਰਕੇ ਦਸ ਤੋਂ ਪਹਿਲਾਂ ਗੁਰੂ ਸਵਾਰਿਆਂ ਪਾਸੋਂ ਆਸਾ ਕੀ ਵਾਰ ਗੁਰਬਾਣੀ ਦੇ ਸ਼ਬਦ ਕੀਰਤਨ ਸ਼ਰਵਣ ਕੀਤੇ ਨੇ। ਆਓ ਹੁਣ ਦਾ ਜੋ ਸਮਾਂ ਹੈ ਗੁਰੂ ਸ਼ਬਦ ਲੜੀ ਵਿਚਾਰ ਦੇ ਨਾਲ ਜੁੜਨ ਦਾ ਸਮਾਂ, ਜਿਵੇਂ ਕਿ ਗੁਰੂ ਘਰ ਦੀ ਮਰਿਆਦਾ ਹੈ। ਆਓ ਸਤਿਗੁਰੂ ਜੀ ਕਿਰਪਾ ਕਰਨ ਇਹ ਵਿਚਾਰ ਜੋ ਅੱਜ ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਦੇ ਸ਼ਬਦ ਵਿੱਚੋਂ ਜੋ ਉਹਨਾਂ ਨੇ ਸਾਡੀ ਝੋਲੀ ਪਾਈ ਹੈ, ਯਤਨ ਕਰਾਂਗੇ ਕਿ ਇਹ ਸ਼ਬਦ ਨੂੰ ਆਪਣੇ ਜੀਵਨ ਦੇ ਅੰਦਰ ਹੰਢਾ ਸਕੀਏ, ਕਮਾ ਸਕੀਏ, ਸ਼ਬਦ ਅਨੁਸਾਰ ਆਪਣੇ ਜੀਵਨ ਨੂੰ ਜਿਉ ਸਕੀਏ। ਸਤਿਗੁਰੂ ਜੀ ਕਿਰਪਾ ਕਰਨ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਂ ਤੇਤੀ, ਆਪਣੀ ਜਿਹੜੀ ਵਿਚਾਰ ਵਿੱਚ ਵਰਤ ਕੇ ਆਪ ਹੀ ਕਰਵਾ ਲੈਣ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ, ਆਓ ਰਸਨਾ ਨੂੰ ਪਵਿੱਤਰ ਕਰਦੇ ਹੋਏ ਦਿਓ ਪਿਆਰ ਦਾ ਸਬੂਤ। ਸਾਹਿਬੇ ਕਮਾਲ ਸਾਹਿਬ ਇਕਬਾਲ ਪੁੱਤਰਾਂ ਦੇ ਦਾਨੀ ਦਸ਼ਮੇਤ ਪਿਤਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਹੋਈ ਬੁਲਾਈ ਹੋਈ ਫਤਿਹ ਆਪ ਜੀ ਬੁਲੰਦ ਆਵਾਜ਼ ਵਿੱਚ ਗਜਾਉਣਾ ਕਰੋ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀਆਂ ਨੇ ਗਿਆਨੀ ਜੀ ਹੋਰਾਂ ਪਾਸੋਂ ਬੜੇ ਪ੍ਰੇਮ ਦੇ ਨਾਲ, ਬੜੇ ਪੈ ਭਾਵਨੀ ਦੇ ਨਾਲ ਜੋ ਸ਼ਬਦ ਸ਼ਰਵਣ ਕੀਤਾ, ਜੋ ਅੱਜ ਦੇ ਵਿਚਾਰ ਦੇ ਅਧੀਨ ਹੈ, ਇਹ ਪਾਵਨ ਸ਼ਬਦ ਸਾਧ ਸੰਗਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 335 ਅੰਕ ਤੇ ਗੌੜੀ ਰਾਗ ਦੇ ਅੰਦਰ, ਜੋ ਕਿ ਪਹਿਲਾ ਰਾਗ ਸ਼੍ਰੀ ਰਾਗ, ਉਸ ਤੋਂ ਬਾਅਦ ਮਾਝ ਰਾਗ, ਫਿਰ ਗੌੜੀ ਰਾਗ। ਗੌੜੀ ਰਾਗ ਦੇ ਸਿਰਲੇਖ ਹੇਠਾਂ ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਹੋਇਆ, ਉਹਨਾਂ ਦੇ ਮੁਬਾਰਕ ਰਸਨਾ ਤੋਂ ਇਹ ਸ਼ਬਦ ਜਿਹੜਾ ਉਚਾਰਨ ਹੋਇਆ। ਔਰ ਸ਼ਬਦ ਦੀ ਜਿਹੜੀ ਰਹਾਉ ਵਾਲਾ ਬੰਦ ਜਾਂ ਪਦ ਹੈ,
ਸਭ ਤੋਂ ਪਹਿਲਾਂ ਇਹਦੀ ਵਿਚਾਰ, ਕਿਉਂਕਿ ਰਹਾਉ ਦਾ ਅਰਥ ਇਹ ਬਣਦਾ ਕਿ ਠਹਿਰ ਜਾਣਾ, ਕਿ ਰੁਕ ਜਾਣਾ। ਔਰ ਤੁਸਾਂ ਨੇ ਕਈ ਵਾਰ ਇਹਦੇ ਅਰਥ ਵੀ ਸਰਵਣ ਕੀਤੇ ਹੋਣੇ ਆ ਕਿ ਇਹ ਸ਼ਬਦ ਦਾ ਜਿਹੜਾ ਕੇਂਦਰੀ ਭਾਵ ਹੈ, ਜਿਹੜਾ ਅਰਥ ਹੈ, ਜਾਂ ਕਹਿ ਲਈਏ ਜੋ ਭਾਵ ਅਰਥ ਹੈ, ਇਹ ਅਸਲ ਦੇ ਅੰਦਰ ਸਾਧ ਸੰਗਤ ਸ਼ਬਦ ਦੇ ਇਰਦ ਗਿਰਦ ਘੁੰਮਦਾ ਹੈ। ਸ਼ਬਦ ਦਾ ਜਿਹੜਾ ਕੇਂਦਰੀ ਭਾਵ ਜੋ ਅਰਥ ਹੈ, ਉਹ ਅਸਲ ਦੇ ਅੰਦਰ ਇਹ ਸ਼ਬਦ ਦੇ ਇਰਦ ਗਿਰਦ ਘੁੰਮਦਾ। ਇਸ ਪਾਵਨ ਸ਼ਬਦ ਦੇ ਅੰਦਰ ਰਹਾਉ ਵਾਲੀ ਪੰਕਤੀ ਦੇ ਅੰਦਰ ਜੋ ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਕਹਿ ਰਿਹਾ, ਹਮਰਾ ਤਨ ਮਾਧੋ ਗੋਬਿੰਦ ਧਰਨੀ ਤਰ, ਇਹ ਸਾਰ ਤਨ ਕਹੀਐ, ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨ ਲਹੀਐ। ਹੁਣ ਇੱਥੇ ਸਾਧ ਸੰਗਤ ਜੀ ਭਗਤ ਸਾਹਿਬਾਨਾਂ ਨੇ ਇੱਕ ਸਵਾਲ ਖੜਾ ਕੀਤਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਦਾਤਾ ਜੀ, ਕਿ ਮੇਰੇ ਮਤ ਦੇ ਅੰਦਰ ਇਹ ਸੰਸਾਰ ਦੇ ਲੋਕੋ, ਇਹ ਸੰਸਾਰ ਦੇ ਜੀਵੋ, ਮੇਰੇ ਮਤ ਦੇ ਅੰਦਰ ਜਿਹੜਾ ਨਾਮ ਰੂਪੀ ਧਨ ਹੈ, ਕਿਉਂਕਿ ਮਾਧੋ ਸ਼ਬਦ ਵਰਤਿਆ ਜਦੋਂ ਕੋਈ ਪਤਵੰਤੇ ਸੱਜਣ ਗੁਰਬਾਣੀ ਨੂੰ ਅਸੀਂ ਪੜ੍ਹਦੇ ਹਾਂ, ਤੇ ਸਾਧ ਸੰਗਤ ਜੀ ਇੱਕ ਗੱਲ ਚੇਤੇ ਰੱਖਣੀ ਕਿ ਉਸ ਪਰਮਾਤਮਾ ਨੂੰ ਬੜੇ ਨਾਵਾਂ ਦੇ ਨਾਲ ਸੰਬੋਧਨ ਕੀਤਾ। ਕਿਤੇ ਮਾਧੋ ਵੀ ਕਿਹਾ, ਕਿਤੇ ਕ੍ਰਿਸ਼ਨ ਵੀ ਕਿਹਾ, ਕਿਤੇ ਮੁਰਾਰੀ ਵੀ ਕਿਹਾ। ਆਪ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨ ਪੜ੍ਹਦੇ ਹੋ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆ, ਕੋਈ ਅਲਾਏ। ਕੋਈ ਉਹ ਪਰਮਾਤਮਾ ਨੂੰ ਖੁਦਾ ਕਹਿ ਰਿਹਾ, ਕੋਈ ਅੱਲਾ ਕਹਿ ਰਿਹਾ, ਬੜੇ ਨਾਵਾਂ ਦੇ ਨਾਲ ਸੰਬੋਧਨ ਕਰਕੇ ਕਹਿ ਰਿਹਾ। ਸੰਸਾਰ ਦੇ ਲੋਕ ਉਸ ਨੂੰ ਯਾਦ ਕਰਦੇ ਆ। ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਅਸਲ ਦੇ ਅੰਦਰ ਮੇਰੇ ਮਤ ਵਿੱਚ ਉਸ ਪਰਮਾਤਮਾ ਦਾ ਨਾਮ ਜਿਹੜਾ ਧਰਤੀ ਦਾ ਪਾਲਣ ਵਾਲਾ ਹੈ, ਕਿਉਂਕਿ ਪਹਿਲਾਂ ਰਹਾਉ ਦੀ ਪੰਕਤੀ ਦੇ ਅਰਥ ਕਰਾਂਗੇ, ਫਿਰ ਖੋਲ੍ਹਣ ਦਾ ਯਤਨ ਕਰਾਂਗੇ ਗੁਰੂ ਸਾਹਿਬ ਦੀ ਰਹਿਮਤ ਸਦਕਾ। ਕਹਿਣ ਲੱਗੇ ਕਿ ਮੇਰੇ ਮਤ ਵਿੱਚ ਜਿਹੜਾ ਧਰਤੀ ਦਾ ਪਾਲਣ ਵਾਲਾ, ਜਿਹੜਾ ਮਾਧੋ ਹੈ, ਜਿਹੜਾ ਧਰਤੀ ਦਾ ਆਸਰਾ ਹੈ। ਧਰਨੀ ਤਰ ਦਾ ਅਰਥ ਬਣਦਾ ਹੈ ਕਿ ਜਿਹੜਾ ਧਰਤੀ ਦਾ ਆਸਰਾ ਹੈ। ਪਾਤਸ਼ਾਹ ਜੀ ਕਹਿੰਦੇ ਇਹ ਸਾਰ ਧਨ ਕਹੀ ਹੈ। ਕਬੀਰ ਸਾਹਿਬ ਜੀ ਕਹਿੰਦੇ ਕਿ ਇਸ ਧਨ ਨੂੰ ਮੈਂ ਸ੍ਰੇਸ਼ਟ ਧਨ ਸਮਝਦਾ, ਕਿਉਂਕਿ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਜੋ ਸੇਵਾ ਗੁਰੂ ਦੇ ਚਰਨਾਂ ਦੇ ਨਾਲ ਮਿਲਣ ਦੇ ਨਾਲ ਸੁਖ ਮਿਲਦਾ ਹੈ ਨਾ, ਸੰਸਾਰ ਦੇ ਅੰਦਰ ਹੋਰ ਚੀਜ਼ਾਂ ਦੇ ਨਾਲ ਸੁਖ ਨਹੀਂ ਮਿਲਦਾ। ਜਿਹਨੂੰ ਆਨੰਦ ਵੀ ਕਹਿ ਲਈ, ਖੇੜਾ ਵੀ ਕਹਿ ਲਈ। ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਈਐ, ਉਹ ਰਾਜ ਨਾਲ ਸੁਖ ਨਹੀਂ ਮਿਲਦਾ। ਹੁਣ ਪਹਿਲੀ ਪੰਕਤੀ ਦੇ ਅੰਦਰ ਧਨ ਦਾ ਜ਼ਿਕਰ ਕੀਤਾ। ਜਦੋਂ ਸਾਧ ਸੰਗਤ ਜੀ ਧਨ ਵੱਲ ਝਾਤ ਮਾਰਦੇ ਆ ਨਾ, ਇਸ ਦੇ ਕਈ ਨਾਮ ਨੇ, ਤੇ ਮਨੁੱਖ ਦਾ ਧਿਆਨ ਇੱਕਦਮ ਮਾਇਆ ਵੱਲ, ਕਰੰਸੀ ਵੱਲ ਚਲਾ ਜਾਂਦਾ ਹੈ, ਪੈਸੇ ਵੱਲ ਚਲਾ ਜਾਂਦਾ ਹੈ ਕਿ ਧਨ ਸਿਰਫ ਇਸ ਨੂੰ ਕਿਹਾ ਗਿਆ। ਪਰ ਗੁਰੂ ਸਾਹਿਬਾਂ ਨੇ ਗੁਰਬਾਣੀ ਦੇ ਅੰਦਰ ਸਿਰਫ ਧਨ ਨੂੰ, ਮਾਇਆ ਨੂੰ ਧਨ ਹੀ ਨਹੀਂ ਕਿਹਾ। ਸੰਸਾਰ ਦੇ ਅੰਦਰ ਜੋ ਚੀਜ਼ ਪਰਮਾਤਮਾ ਤੋਂ ਤੋੜਦੀ ਹੈ, ਜੋ ਇਸ ਨੂੰ ਰੱਬ ਦੇ ਰੂਹਾਨੀ ਮਾਰਗ ਤੋਂ ਅਲੱਗ ਕਰਦੀ ਹੈ, ਉਹ ਮਾਇਆ ਦਾ ਰੂਪ ਹੈ। ਤੇ ਜਦੋਂ ਆਪ ਜੀ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਹੋ ਤੇ ਉੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਕਿਰਪਾ ਕੀਤੀ ਹੈ। ਗੁਰੂ ਸਾਹਿਬ ਜੀ ਕਹਿੰਦੇ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ, ਕਿ ਸੰਸਾਰ ਦੇ ਅੰਦਰ ਬੜੇ ਰੰਗਾਂ ਦੀ ਮਾਇਆ ਉਸ ਪਰਮਾਤਮਾ ਨੇ ਪੈਦਾ ਕੀਤੀ ਹੈ, ਕਈ ਜਿਨਸਾਂ ਦੀ। ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਹੁਣ ਇੱਕ ਥਾਂ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਮਾਇਆ ਕਿਸ ਨੂੰ ਆਖੀ ਹੈ, ਕਿਆ ਮਾਇਆ ਕਰਮ ਕਮਾਈ। ਕਿਉਂਕਿ ਜੋ ਸ਼ਬਦ ਦਾ ਅੱਜ ਕੇਂਦਰੀ ਭਾਵ ਹੈ ਉਹ ਧਨ ਨੂੰ ਜ਼ਿਕਰ ਕੀਤਾ ਗਿਆ, ਕਿਉਂਕਿ ਜਿਹੜਾ ਸੰਸਾਰ ਦੇ ਅੰਦਰ ਨਾਮ ਰੂਪੀ ਧਨ ਜਿਵੇਂ ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਨੇ ਇਕੱਠਾ ਕੀਤਾ ਤੇ ਸਾਧ ਸੰਗਤ ਜੀ ਲੋਕ ਪਰਲੋਕ ਵਿੱਚ ਉਹਨਾਂ ਦੀ ਸਹਾਇਤਾ ਕੀਤੀ ਹੈ। ਇੱਥੇ ਤਾਂ ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਇਹ ਸਮਝਾ ਰਹੇ ਹੈ
ਕਿ ਮੇਰੇ ਮਤ ਵਿੱਚ ਨਾਮ ਰੂਪੀ ਧਨ ਸਭ ਤੋਂ ਸ੍ਰੇਸ਼ਟ ਹੈ, ਕਿਉਂਕਿ ਸੰਸਾਰ 'ਚ ਮਨੁੱਖ ਹੈ ਮਾਇਆ ਰੂਪੀ ਧਨ ਨੂੰ ਸ੍ਰੇਸ਼ਟ ਸਮਝ ਰਿਹਾ। ਫਰਕ ਤਾਂ ਬਹੁਤ ਜ਼ਿਆਦਾ ਹੈ ਨਾ। ਹੁਣ ਕਹਿੰਦੇ ਉਸ ਥਾਂ ਤੇ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਕਿ ਮਾਇਆ ਕਿਸ ਨੂੰ ਆਖੀਏ, ਮਾਇਆ ਦੀ ਡੈਫੀਨੇਸ਼ਨ ਨੂੰ ਸਮਝਾਇਆ ਕਿ ਮਾਇਆ ਕਿਸ ਨੂੰ ਕਿਹਾ ਜਾਂਦਾ ਹੈ। ਮਾਇਆ ਕਿਸ ਨੂੰ ਆਖੀ ਹੈ, ਕਿਆ ਮਾਇਆ ਕਰਮ ਕਮਾਏ। ਮਾਇਆ ਧਨ ਕੀ ਸੰਸਾਰ ਦੇ ਅੰਦਰ ਕਰਮ ਕਮਾਉਂਦੀ ਹੈ। ਦੁੱਖ ਸੁੱਖ ਇਹ ਜੀਓ ਬੱਧ ਹੈ। ਹੁਣ ਉੱਥੇ ਗੁਰੂ ਸਾਹਿਬ ਜੀ ਕਹਿੰਦੇ ਦੁੱਖ ਤੋਂ ਛੁਟਕਾਰੇ ਵਾਸਤੇ ਤੇ ਸੁੱਖ ਦੀ ਲਾਲਸਾ ਵਾਸਤੇ, ਕਿਉਂਕਿ ਮਾਇਆ ਤੇ ਇਹ ਕਰਮਕਾਰੀ ਨੇ ਸੰਸਾਰ ਦੇ ਅੰਦਰ। ਜਦੋਂ ਆਪ ਜੀ ਇੱਕ ਥਾਂ ਤੇ ਬਚਨ ਪੜ੍ਹਦੇ ਹੋ, ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਣੈ ਬੋਲੇ ਦੋਰਿਓ ਫਿਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਉੱਥੇ ਵੀ ਭਗਤ ਸਾਹਿਬ ਕਹਿ ਰਹੇ ਆ ਕਿ ਮਾਇਆ ਜਦੋਂ ਚਲੀ ਜਾਂਦੀ ਹੈ ਨਾ ਤੇ ਸਾਧ ਸੰਗਤ ਜੀ ਇੱਕ ਰੋਵਣ ਲਾ ਦਿੰਦੀ ਹੈ। ਮਨੁੱਖ ਦੇ ਚਿਹਰੇ ਤੇ ਉਦਾਸੀ, ਉਹਦੇ ਜੀਵਨ ਦੇ ਅੰਦਰ ਇੱਕ ਉਦਾਸੀ ਆ ਜਾਂਦੀ, ਚਿੰਤਾ ਵਿਆਪ ਜਾਂਦੀ ਹੈ। ਹਾਲਾਂਕਿ ਇੱਕ ਕਵੀ ਨੇ ਵੀ ਬੜੇ ਸੋਹਣੇ ਬਚਨ ਕਹੇ ਹੈ। ਉਹ ਕਹਿਣ ਲੱਗਾ ਕਿ ਮਾਇਆ ਕੇ ਦੋ ਦਾਉ ਹੈ, ਜੋ ਕਰੇ ਜੁਦ ਮਾਰ, ਆਏ ਤੋ ਬੋਰਾਏ ਨਰ, ਜਾਏ ਕਰੇ ਖੁਵਾਰ। ਕਿ ਮਾਇਆ ਤੇ ਹਮੇਸ਼ਾ ਧਨ ਜਿਹੜਾ ਨਾ ਇਸ ਸੰਸਾਰ ਦੇ ਅੰਦਰ ਹਮੇਸ਼ਾ ਦੋ ਦਾਉ ਖੇਡਦੀ ਹੈ। ਜਦੋਂ ਧਨ ਆਉਂਦਾ ਤੇ ਸਾਧ ਸੰਗਤ ਜੀ ਬੜੀ ਖੁਸ਼ੀ ਆਉਂਦੀ ਹੈ, ਬੜਾ ਖੇੜਾ ਹੁੰਦਾ। ਪਰ ਜਦੋਂ ਪ੍ਰਮਾਤਮਾ ਨਾ ਕਰੇ ਧਨ ਚਲਾ ਜਾਵੇ, ਬਾਦਸ਼ਾਹੀ ਚਲੀ ਜਾਏ, ਪਾਤਸ਼ਾਹੀ ਚਲੀ ਜਾਏ, ਫਿਰ ਉਹ ਤੇ ਸਿਰਫ ਪਛਤਾਵਾ ਹੀ ਰਹਿ ਜਾਂਦਾ। ਇਹ ਦੋ ਦਾਉ ਹਮੇਸ਼ਾ ਮਾਇਆ ਖੇਡਦੀ ਹੈ। ਉਸ ਗੱਲ ਨੂੰ ਹੀ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਕਿ ਮਾਇਆ ਕਿਸ ਨੂੰ ਆਖੀ ਹੈ, ਕਿਆ ਮਾਇਆ ਕਰਮ ਕਮਾਏ, ਦੁੱਖ ਸੁੱਖ ਇਹ ਜਿਉ ਬੱਧ ਹੈ। ਦੁੱਖ ਨੂੰ ਦੂਰ ਕਰਨ ਵਾਸਤੇ ਤੇ ਸੁੱਖ ਦੀ ਲਾਲਸਾ ਵਾਸਤੇ ਇਹ ਮਾਇਆ ਨੇ ਜੀਵ ਨੂੰ ਆਪਣੇ ਬੰਧਨਾਂ ਦੇ ਵਿੱਚ ਪਾਇਆ ਹੋਇਆ। ਦੁੱਖ ਸੁੱਖ ਇਹ ਜਿਉ ਬੱਧ ਹੈ, ਹੁਕਮੈ ਆਵੈ ਜਾਏ। ਉਸ ਪਰਮਾਤਮਾ ਦੇ ਹੁਕਮ ਵਿੱਚ ਇਹ ਜੀਵ ਆ ਰਿਹਾ ਤੇ ਜਾ ਰਿਹਾ। ਦੇਖੋ ਜਦੋਂ ਬਾਣੀ ਨੂੰ ਪੜ੍ਹਦੇ ਹਾਂ ਸਾਧ ਸੰਗਤ ਜੀ, ਧਨ ਦੇ ਡੈਫੀਨੇਸ਼ਨ ਨੂੰ ਗੁਰੂ ਸਾਹਿਬਾਂ ਨੇ ਬੜੀ ਵਾਰ ਸਮਝਾਇਆ, ਬਹੁਤ ਵਾਰ। ਇਸ ਨੂੰ ਨਾਗਣੀ ਵੀ ਕਿਹਾ, ਮੋਮਨੋ ਠੱਗਣੀ ਵੀ ਕਿਹਾ, ਇਸ ਨੂੰ ਭਰਮ ਵੀ ਕਿਹਾ ਕਿ ਇਹ ਭਰਮ ਵਿੱਚ ਮਨੁੱਖ ਨੂੰ ਪਾ ਰਹੀ ਹੈ। ਜਦੋਂ ਆਪ ਜੀ ਇੱਕ ਥਾਂ ਤੇ ਗੁਰੂ ਸਾਹਿਬਾਂ ਦਾ ਬਚਨ ਪੜ੍ਹਦੇ ਹੋ ਨਾ ਕਿ ਮਾਧਵੇ ਕਿਆ ਕਹੀਐ ਭਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਪੇਖਾਰੀ, ਅਸ਼ਤ ਰਾਜ ਬਿਸ਼ਰੁਤ ਦੁਖ ਪਾਇਆ, ਸੋ ਗਤ ਪਈ ਹਮਾਰੀ, ਰਾਜ ਪੁਯੰਗ ਪ੍ਰਸੰਗ ਜੈਸੇ ਹੈ, ਅਬ ਕਛ ਮਰਮ ਜਨਾਇਆ, ਅਨੇਕ ਕਟਕ ਜੈਸੇ ਭੂਲ ਪਰੇ, ਅਬ ਕਹਤੇ ਕਹਿ ਨਾ ਪਾਏ। ਹੁਣ ਉੱਥੇ ਭਗਤ ਰਵਿਦਾਸ ਜੀ ਸਮਝਾ ਰਿਹਾ ਹੈ ਕਿ ਮਾਇਆ ਨੇ ਮਨੁੱਖ ਨੂੰ ਐਸੇ ਭਰਮ ਵਿੱਚ ਪਾਇਆ ਹੋਇਆ। ਬੜੀ ਸੋਹਣੀ ਬਾਕਮਾਲ ਦੀ ਉਦਾਹਰਨ ਦੇ ਕੇ ਸਮਝਾ ਰਹੇ। ਕਹਿਣ ਲੱਗੇ ਕਿ ਜਿਵੇਂ ਇੱਕ ਰਾਜਾ ਜਿਹਦੇ ਕੋਲ ਬਾਦਸ਼ਾਹੀ ਹੋਵੇ, ਜਿਹਦੇ ਕੋਲ ਧਨ ਹੋਵੇ, ਦੌਲਤ ਹੋਵੇ, ਔਰ ਉਹਦੇ ਕੋਲ ਬਹੁਤ ਜ਼ਿਆਦਾ ਲਾਮ ਲਸ਼ਕਰ ਹੋਵੇ, ਪਰ ਸੁਪਨੇ ਵਿੱਚ ਸੁੱਤਾ ਉਹ ਆਪਣੇ ਆਪ ਨੂੰ ਭਿਖਾਰੀ ਜਾਪਦਾ ਹੋਵੇ। ਦੂਸਰੀ ਉਦਾਹਰਨ ਦੇ ਕੇ ਸਮਝਾ ਰਿਹਾ, ਜਿਵੇਂ ਹਨੇਰੇ ਦੇ ਅੰਦਰ ਇੱਕ ਰੱਸੀ ਪਈ ਹੋਵੇ ਨਾ, ਉਹ ਰੱਸੀ ਨੂੰ ਮਨੁੱਖ ਅਕਸਰ ਜਦੋਂ ਹਨੇਰੇ ਵੱਲ ਦੇਖਦਾ, ਹਨੇਰੇ 'ਚ ਦੇਖਦਾ ਤੇ ਸੱਪ ਸਮਝ ਲੈਂਦਾ ਹੈ। ਉੱਥੇ ਭਗਤ ਰਵਿਦਾਸ ਜੀ ਕਹਿੰਦੇ ਇਸੇ ਤਰ੍ਹਾਂ ਮਾਇਆ ਨੇ ਸੰਸਾਰ ਦੇ ਅੰਦਰ ਲੋਕਾਂ ਨੂੰ ਭਰਮ ਵਿੱਚ ਪਾਇਆ ਹੋਇਆ, ਭੁਲੇਖੇ ਦੇ ਵਿੱਚ ਪਾਇਆ ਹੋਇਆ। ਹਾਲਾਂਕਿ ਸਾਧ ਸੰਗਤ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੱਖ ਨੂੰ ਇਹਨਾਂ ਭਰਮਾਂ ਤੇ ਭੁਲੇਖਿਆਂ ਵਿੱਚੋਂ ਕੱਢਿਆ। ਗੁਰੂ ਸਾਹਿਬ ਤੇ ਤਾਂ ਇਹ ਵੀ ਕਹਿ ਰਿਹਾ, ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ, ਮੜੈ ਮਸਾਨ ਨਾ ਜਾਈ, ਕਿ ਇਹ ਭਰਮ ਵਿੱਚੋਂ ਵੀ ਕੱਢਿਆ। ਆਪ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕਵਿਤ ਸਰਵਣ ਕਰਦੇ ਹੋ ਤੇ ਉੱਥੇ ਵੀ ਸਤਿਗੁਰੂ ਜੀ ਨੇ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕੀਤਾ ਕਿ ਸਿੱਖ ਨੂੰ ਇਸ ਭਰਮ ਭੁਲੇਖੇ ਵਿੱਚੋਂ ਕੱਢ ਕੇ ਇੱਕੋ ਇੱਕ ਸਿਧਾਂਤ ਦਿੱਤਾ ਹੈ ਕਿ ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ। ਹੁਣ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਇਸ ਨੂੰ ਨਾਗਨੀ ਵੀ ਕਿਹਾ, ਮਾਇਆ ਹੋਏ ਨਾਗਨੀ ਜਗਤ ਰਹੀ ਲਪਟਾਏ, ਜੋ ਇਸ ਕੀ ਸੇਵਾ ਕਰੇ ਤਿਸ ਨੂੰ ਫਿਰ ਖਾਏ। ਦਸ ਨੇ ਇੱਕ ਦਿਨ ਪਹਿਲਾਂ ਜ਼ਿਕਰ ਕੀਤਾ ਸੀ, ਇੱਕ ਥਾਂ ਤੇ ਆਪ ਸੰਗਤਾਂ, ਰੱਬ ਵਰਗੀਆਂ ਸੰਗਤਾਂ ਤੇ ਕਈ ਵਾਰ ਦਰਸ਼ਨ ਦੀਦਾਰੇ ਹੁੰਦੇ ਆ। ਇੱਕ ਵਿਦਵਾਨ ਨੇ ਇੱਕ ਕਿਤਾਬ ਦੇ ਅੰਦਰ ਇੱਕ ਜ਼ਿਕਰ ਕੀਤਾ ਬੜੀ ਸੋਹਣੀ ਸਾਖੀ ਦਾ। ਉਹ ਕਹਿਣ ਲੱਗਾ ਕਿ ਇੱਕ ਆਦਮੀ ਨਾ, ਚਾਰ ਆਦਮੀ ਮਿਲ ਕੇ
ਕਿਉਂਕਿ ਚੋਰ ਦਾ ਕੰਮ ਕਰਦੇ ਸੀ, ਚੋਰੀ ਦਾ ਕੰਮ ਕਰਦੇ ਸੀ, ਉਹ ਚੋਰੀ ਕਰਨ ਵਾਸਤੇ ਸਾਧ ਸੰਗਤ ਜੀ ਕਿਸੇ ਸ਼ਹਿਰ ਵੱਲ ਜਾ ਰਹੇ ਸੀਗੇ। ਸ਼ਹਿਰ ਵੱਲ ਜਾ ਰਹੇ ਸੀ ਤੇ ਰਸਤੇ ਵਿੱਚ ਜਾਂਦਿਆਂ ਜਾਂਦਿਆਂ ਕਹਿੰਦੇ ਉਹਨਾਂ ਨੂੰ ਨਾ ਕੁਝ ਧਨ ਮਿਲ ਗਿਆ। ਧਨ ਮਿਲਿਆ, ਹੁਣ ਉਹ ਦੇਖ ਕੇ ਖੁਸ਼ ਹੋ ਗਏ ਕਿ ਅੱਜ ਬਿਨਾਂ ਹੀ ਕੋਸ਼ਿਸ਼ ਤੋਂ, ਬਿਨਾਂ ਹੀ ਯਤਨ ਤੋਂ ਧਨ ਮਿਲ ਗਿਆ ਤੇ ਇਹ ਤਾਂ ਬੜਾ ਚੰਗਾ ਹੋ ਗਿਆ, ਬੈਠ ਕੇ ਖਾਵਾਂਗੇ। ਕਹਿੰਦੇ ਜਦੋਂ 4 ਆਦਮੀ ਰਸਤੇ ਵਿੱਚ ਜਾਂਦਿਆਂ ਉਹਨਾਂ ਨੂੰ ਧਨ ਮਿਲਿਆ ਨਾ, ਧਨ ਲਿਆ ਤੇ ਬੜੇ ਖੁਸ਼ ਹੋਏ। ਉਹਨਾਂ ਵਿੱਚੋਂ 2 ਆਦਮੀ ਕਹਿੰਦੇ ਸ਼ਹਿਰ ਵੱਲ ਚਲੇ ਗਏ ਉਹਨਾਂ ਦੇ ਭੋਜਨ ਪ੍ਰਸ਼ਾਦੇ ਵਾਸਤੇ। ਕਹਿਣ ਲੱਗੇ ਕਿ ਜਦੋਂ ਰਸਤੇ ਵਿੱਚ ਜਾਂਦੇ ਆ ਉਹ ਅਗਾਂਹ ਸ਼ਹਿਰ ਗਏ ਨਾ, ਕਿਉਂਕਿ ਸਾਖੀ ਅਸਲ ਦੇ ਅੰਦਰ ਸਮਝਣ ਵਾਸਤੇ ਹੁੰਦੀ ਹੈ ਤੇ ਦਾਸ ਅਕਸਰ ਇਹ ਜ਼ਿਕਰ ਕਰਦਾ ਕਿ ਸਾਖੀ ਵਿੱਚੋਂ ਸਿੱਖਿਆ ਲਈ ਜਾਂਦੀ ਹੈ ਤੇ ਉਹਦਾ ਇੱਕ ਹੀ ਪੱਖ ਲਿਆ ਜਾਂਦਾ ਸਾਧ ਸੰਗਤ। ਹੁਣ ਕਹਿੰਦੇ ਜਦੋਂ 2 ਆਦਮੀ ਉਹ ਸ਼ਹਿਰ ਵੱਲ ਗਏ ਆ, ਪਿਛਲੇ 2 ਆਦਮੀਆਂ ਦੇ ਮਨ ਵਿੱਚ ਖਿਆਲ ਆਇਆ ਧਨ ਦੀ ਜਿਹੜੀ ਰਾਖੀ ਕਰ ਰਿਹਾ ਕਿ ਕਿਉਂ ਨਾ ਚੰਗਾ ਹੁੰਦਾ ਕਿ ਜੇ ਅਸੀਂ 2 ਹੀ ਹੁੰਦੇ ਤੇ 2 ਨਾ ਹੁੰਦੇ, ਧਨ ਸਾਡਾ ਹੁੰਦਾ। ਕਿਉਂਕਿ ਮਨ ਵਿੱਚ ਇੱਕ ਲਾਲਸਾ ਪੈਦਾ ਹੋ ਗਈ ਨਾ, ਮਨ ਵਿੱਚ ਇੱਕ ਤ੍ਰਿਸ਼ਨਾ ਪੈਦਾ ਹੋ ਗਈ ਕਿ ਕਿਉਂ ਨਾ ਚੰਗਾ ਹੁੰਦਾ ਜੇ ਅਸੀਂ 2 ਹੀ ਹੁੰਦੇ ਤੇ 2 ਹੀ ਇਸ ਧਨ ਨੂੰ ਵੰਡ ਲੈਂਦੇ, 4 ਨਾ ਹੁੰਦੇ। ਹੁਣ ਕਹਿੰਦੇ ਉਹਨਾਂ ਦੀ ਉਡੀਕ ਵਾਸਤੇ ਉੱਥੇ ਬੈਠ ਗਏ, ਪਰ ਜਿਹੜੇ 2 ਭੋਜਨ ਪ੍ਰਸ਼ਾਦਾ ਲੈਣ ਗਏ ਉਹਨਾਂ ਦੇ ਮਨ ਵਿੱਚ ਇਹ ਖਿਆਲ ਪੈਦਾ ਹੋ ਗਿਆ ਕਿ ਕਿਉਂ ਨਾ ਚੰਗਾ ਹੁੰਦਾ ਅਸੀਂ 2 ਹੁੰਦੇ ਤੇ 2 ਨੂੰ ਹੀ ਧਨ ਮਿਲਦਾ। ਹੁਣ ਕਹਿੰਦੇ ਜਦੋਂ ਭੋਜਨ ਪ੍ਰਸ਼ਾਦਾ ਲੈ ਕੇ ਵਾਪਸ ਆਏ ਨਾ, ਰਸਤੇ ਵਿੱਚ ਆਉਂਦਿਆਂ ਉਹਨਾਂ ਨੇ ਉਸ ਭੋਜਨ ਦੇ ਅੰਦਰ ਜ਼ਹਿਰ ਪਾ ਦਿੱਤਾ। ਜਦੋਂ ਜ਼ਹਿਰ ਪਾਇਆ ਤੇ ਉਹਨਾਂ ਦੇ ਅੱਗੇ ਆ ਕੇ ਪਰੋਸਿਆ ਨਾ, ਉਹਨਾਂ ਦੋਵਾਂ ਨੇ ਭੋਜਨ ਪ੍ਰਸ਼ਾਦਾ ਛਕਿਆ। ਜ਼ਹਿਰ ਸੀਗਾ, ਸੁਭਾਵਿਕ ਗੱਲ ਸੀ, ਮੌਤ ਹੋਣੀ। ਵਿਦਵਾਨ ਕਹਿਣ ਲੱਗਾ ਜਦੋਂ ਉਹਨਾਂ ਨੇ ਭੋਜਨ ਪ੍ਰਸ਼ਾਦਾ ਛਕਿਆ ਤੇ 2 ਆਦਮੀ ਉੱਥੇ ਹੀ ਉਹਨਾਂ ਨੇ ਆਪਣੀ ਜੀਵਨ ਲੀਲਾ ਨੂੰ ਤਿਆਗ ਦਿੱਤਾ। ਹੁਣ ਕਹਿੰਦੇ ਜਦੋਂ ਪਹਿਲਾਂ ਹੀ ਆਏ ਸੀਗੇ ਨਾ, ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਉਹਨਾਂ ਆਦਮੀਆਂ ਨੇ ਉਹਨਾਂ 'ਤੇ ਵੀ ਹਮਲਾ ਕੀਤਾ। ਉਹਨਾਂ 'ਤੇ ਵੀ ਹਮਲਾ ਕਰ, ਕਿਉਂਕਿ ਉਹਨਾਂ ਦੇ ਮਨ ਦੇ ਅੰਦਰ ਵੀ ਇੱਕ ਲਾਲਸਾ ਸੀ ਤੇ ਲੋਭ ਸੀਗਾ। ਸਾਧ ਸੰਗਤ ਜਦੋਂ ਉਹਨਾਂ 'ਤੇ ਹਮਲਾ ਕੀਤਾ ਉਹ ਵੀ ਚੜ੍ਹਾਈ ਕਰਕੇ, ਵਿਦਵਾਨ ਕਹਿਣ ਲੱਗਾ ਉਹ 4 ਆਦਮੀ, ਉਹਨਾਂ ਦੇ ਮਨ ਵਿੱਚ ਇੱਕ ਲਾਲਸਾ ਸੀ। ਉਸ ਮਾਇਆ ਨੇ 2 ਦਾ ਸ਼ਿਕਾਰ ਕੀਤਾ, 2 ਦਾ ਫਿਰ ਸ਼ਿਕਾਰ ਕੀਤਾ। ਪਤਾ ਨਹੀਂ ਉਹ ਮਾਇਆ ਅੱਗੇ ਜਾ ਕੇ ਹੋਰ ਕਿਹਦਾ ਸ਼ਿਕਾਰ ਕਰੇਗੀ। ਇਸ ਕਰਕੇ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਧਨ ਦਾ ਇੱਕ ਸੁਭਾਅ ਹੈ, ਇਸ ਸੰਸਾਰ ਦੇ ਅੰਦਰ ਇੱਕ ਸ਼ਿਕਾਰ ਕਰਨ ਵਾਸਤੇ ਸ਼ਿਕਾਰੀ ਨੂੰ ਦੇਖ ਰਹੀ ਹੈ। ਸਤਿਗੁਰੂ ਨੇ ਤੇ ਇਸ ਤੋਂ ਬਚਣ ਵਾਸਤੇ ਕਿਹਾ ਕਿ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ। ਜਦੋਂ ਆਪ ਜੀ ਇਤਿਹਾਸ ਪੜ੍ਹਦੇ ਹੋ, ਸਾਧ ਸੰਗਤ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਾਵਨ ਪਵਿੱਤਰ ਇਤਿਹਾਸ ਬਹੁਤ ਲੰਮਾ ਤੇ ਚੌੜਾ ਹੈ। ਪਰ ਜਦੋਂ ਉਹਨਾਂ ਦਾ ਆਗਮਨ ਹੋਇਆ ਨਾ, ਆਗਮਨ ਤੋਂ ਬਾਅਦ ਇਤਿਹਾਸਕਾਰ ਇਹ ਕਹਿੰਦੇ ਆ, ਸਰੋਤ ਇਹ ਕਹਿੰਦੇ ਆ ਕਿ ਇੱਕ ਮੁਸਲਮਾਨ ਦਾਈ ਜਿਹਦਾ ਨਾਮ ਸੀ ਦੌਲਤਾਂ ਦਾਈ, ਉਸ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਕੀਤੇ ਆ। ਪਹਿਲੇ ਦਰਸ਼ਨ ਉਹਨਾਂ ਨੂੰ ਹੋਏ ਆ, ਨਾਮ ਭਾਵੇਂ ਉਹਨਾਂ ਦਾ ਦੌਲਤ ਹੈ ਪਰ ਸੱਚਮੁੱਚ ਅੰਦਰੋਂ ਤ੍ਰਿਪਤ ਹੋ ਗਏ ਆ। ਹੁਣ ਕਹਿੰਦੇ ਜਦੋਂ ਦੌਲਤਾ ਦਾਈ ਨੇ ਦਰਸ਼ਨ ਕੀਤੇ ਆ ਤੇ ਉਹਨਾਂ ਨੇ ਇੱਕ ਅਚਰਜ ਖੇਡ ਦੇਖੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਸੰਸਾਰ ਦੇ ਅੰਦਰ ਆਏ ਹੈ। ਉਹ ਦਾਈ ਦੌਲਤਾ ਮਹਿਤਾ ਕਾਲੂ ਨੂੰ ਕਹਿਣ ਲੱਗੀ, ਮਹਿਤਾ ਕਾਲੂ ਜੀ ਤੁਹਾਡੇ ਘਰ ਜਿਹੜੇ ਪੁੱਤਰ ਨੇ ਜਨਮ ਲਿਆ ਹੈ ਨਾ, ਇਹ ਕੋਈ ਆਮ ਪੁੱਤਰ ਨਹੀਂ ਹੈ, ਇਹ ਤਾਂ ਸੰਸਾਰ ਨੂੰ ਤਾਰਨ ਵਾਲਾ ਲੱਗਦਾ ਹੈ। ਕਿਉਂਕਿ ਜਦੋਂ ਮੈਂ ਉਹਦੇ ਵੱਲ ਤੱਕਦੀ ਹਾਂ ਨਾ, ਉਹਦੇ ਵੱਲ ਦੇਖਦੀ ਹਾਂ, ਸੱਚਮੁੱਚ ਅੰਦਰ ਇੱਕ ਰੱਜ ਜਾਂਦਾ ਹੈ। ਦਾਈ ਦੌਲਤਾ ਦਾਈ ਨੇ ਜਦੋਂ ਇਹ ਬੋਲ ਮਹਿਤਾ ਕਾਲੂ ਜੀ ਨੂੰ ਕਹੇ ਨਾ, ਉਹਨਾਂ ਦੇ ਪਿਤਾ ਜੀ ਨੂੰ, ਕਿਉਂਕਿ ਤੁਸੀਂ ਜਾਣਦੇ ਹੋ ਕਿ ਉਹਨਾਂ ਦੇ ਪਿਤਾ ਜੀ ਦਾ ਨਾਮ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਿਤਾ ਜੀ ਦਾ ਨਾਮ ਮਹਿਤਾ ਕਾਲੂ ਜੀ ਹੈ, ਮਾਤਾ ਜੀ ਦਾ ਨਾਮ ਮਾਤਾ ਤ੍ਰਿਪਤਾ ਜੀ ਹੈ। ਹੁਣ ਤ੍ਰਿਪਤਾ ਦੇ ਘਰ ਆਏ ਨੇ ਤੇ ਮਾਤਾ ਨੇ ਤ੍ਰਿਪਤੇ ਹੋਣਾ ਸੀਗਾ, ਪਰ ਦੌਲਤਾਂ ਦਾਈ ਨੇ ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਕੀਤੇ, ਇਤਿਹਾਸਕਾਰ ਇਹ ਕਹਿੰਦੇ ਆ, ਮਹਿਤਾ ਕਾਲੂ ਨੂੰ ਆ ਕੇ ਕਹਿਣ ਲੱਗੀ, ਮਹਿਤਾ ਕਾਲੂ ਜੀ ਤੁਹਾਡੇ ਘਰ ਜਿਹੜੇ ਬਾਲਕ ਨੇ ਜਨਮ ਲਿਆ, ਇਹ ਕੋਈ ਆਮ ਬਾਲਕ ਨਹੀਂ ਹੈ, ਇਹ ਬਹੁਤ ਬਲਸ਼ਾਲੀ ਹੋਵੇਗਾ, ਜਗਤ ਨੂੰ ਤਾਰਨ ਵਾਲਾ ਹੋਵੇਗਾ। ਹਾਲਾਂਕਿ ਜਦੋਂ ਭਾਈ ਗੁਰਦਾਸ ਜੀ ਦੇ ਆਪ ਜੀ ਬਚਨ ਪੜ੍ਹਦੇ ਹੋ ਤੇ ਉਹਨਾਂ ਨੇ ਵੀ ਕਿਹਾ, ਕੱਲ ਤਾਰਨ ਗੁਰੂ ਨਾਨਕ ਆਇਆ। ਕੱਲ ਦਾ ਅਰਥ ਬਣਦਾ ਹੈ ਕਿ ਜਗਤ ਨੂੰ ਤਾਰਨ ਵਾਸਤੇ,
ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਜੋ ਸੰਸਾਰ ਦੇ ਹਾਲਾਤ ਸਨ, ਉਹ ਸਾਧ ਸੰਗਤ ਜੀ ਬਹੁਤ ਮਾੜੇ ਹੋ ਚੁੱਕੇ ਸਨ। ਕਿਉਂਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਅੱਜ ਦੇ ਪਾਵਨ ਤੁਸੀਂ ਸ਼ਬਦ ਵੀ ਹੁਕਮਨਾਮੇ ਦੇ ਤੌਰ ਤੇ ਸਥਾਨ ਤੇ ਜੋ ਆਇਆ ਸ਼ਰਵਣ ਕੀਤੇ ਆ ਕਿ ਜਦੋਂ ਵੀ ਧਰਤੀ ਦੇ ਅੰਦਰ, ਧਰਤੀ ਜਦੋਂ ਵਿਕਾਰਾਂ ਦੇ ਨਾਲ ਸੜਦੀ ਹੈ ਤੇ ਕੋਈ ਨਾ ਕੋਈ ਅਕਾਲ ਪੁਰਖ ਦੂਤ ਨੂੰ ਭੇਜਦਾ ਹੈ ਧਰਤੀ ਨੂੰ ਠੰਡ ਦੇਣ ਵਾਸਤੇ। ਕਿਉਂਕਿ ਬਾਬਾ ਦੇਖਿਆ ਧਿਆਨ ਤਰ, ਜਲਦੀ ਸਾ ਪ੍ਰਿਥਵੀ ਦੇ ਸਿਆਈ, ਬਾਝੋ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ, ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਨ ਧਰਤ ਲੁਕਾਈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਦੋਂ ਪ੍ਰਕਾਸ਼ ਹੋਇਆ, ਦਾਈ ਦੌਲਤਾਂ ਨੇ ਦੇਖਿਆ, ਤੇ ਜਦੋਂ ਦੇਖੋ ਸਾਧ ਸੰਗਤ ਜੀ ਬੱਚੇ ਦਾ ਜਨਮ ਹੁੰਦਾ ਹੈ ਨਾ, ਬੱਚਾ ਰੋਵੇ ਨਾ, ਤੇ ਸਾਇੰਸਦਾਨ ਇਹ ਕਹਿੰਦੇ ਆ, ਡਾਕਟਰ ਇਹ ਕਹਿੰਦੇ ਆ ਕਿ ਬੱਚਾ ਸਵਸਥ ਨਹੀਂ ਹੈ। ਹਾਲਾਂਕਿ ਦਾਸ ਨੇ ਇੱਕ ਦਿਨ ਪਹਿਲਾਂ ਵੀ ਜ਼ਿਕਰ ਕੀਤਾ ਸੀ, ਬੱਚਾ ਜਦੋਂ ਰੋਂਦਾ ਹੈ ਨਾ ਉਦੋਂ ਸਵਸਥ ਲੱਗਦਾ। ਹੁਣ ਸੰਸਾਰ ਦੇ ਅੰਦਰ ਇੱਕ ਵਿਦਵਾਨ ਨੇ ਕਿਹਾ, ਉਹ ਕਹਿਣ ਲੱਗਾ ਕਿ ਇੱਕ ਮਹਾਤਮਾ ਨੇ ਉਸ ਨੂੰ ਸਵਾਲ ਕੀਤਾ ਕਿ ਮਹਾਤਮਾ ਨੇ ਕਹਿਣ ਲੱਗਾ ਕਿ ਇੱਕ ਸਵਾਲ ਦਾ ਮੈਨੂੰ ਜਵਾਬ ਦਿਓ ਕਿ ਸੰਸਾਰ ਦੇ ਅੰਦਰ ਮਨੁੱਖ ਕੀ ਕਰਨ ਆਉਂਦਾ ਹੈ ਤੇ ਕੀ ਕਰਕੇ ਜਾਂਦਾ ਹੈ। ਕਹਿਣ ਲੱਗਾ ਕਿ ਮੈਨੂੰ ਇਸ ਗੱਲ ਦਾ ਤੇ ਪਤਾ ਨਹੀਂ ਹੈ, ਪਰ ਇੱਕ ਗੱਲ ਦਾ ਪਤਾ ਹੈ ਕਿ ਰੋਂਦਾ ਆਉਂਦਾ ਤੇ ਰੋਂਦਾ ਹੀ ਚਲਾ ਜਾਂਦਾ ਹੈ। ਕਿਉਂਕਿ ਸੰਸਾਰ ਦੇ ਅੰਦਰ ਸਾਧ ਸੰਗਤ ਜੀ ਮਾਫ ਕਰਿਓ, ਮਨੁੱਖ ਦਾ ਸਿਰਫ ਰੋਣਾ ਧੋਣਾ ਹੀ ਹੈ, ਭਾਵੇਂ ਉਹ ਧਨ ਕਰਕੇ ਹੈ, ਭਾਵੇਂ ਪਰਿਵਾਰ ਕਰਕੇ ਹੈ, ਕਿਸੇ ਕਾਰਨ। ਹੁਣ ਜਦੋਂ ਬੱਚਾ ਸਵਸਥ ਨਾ ਹੋਵੇ ਤੇ ਸਾਇੰਸਦਾਨ ਇਹ ਕਹਿੰਦੇ ਆ ਕਿ ਬੱਚਾ ਸਵਸਥ ਨਹੀਂ ਹੈ। ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਦੋਂ ਪ੍ਰਕਾਸ਼ ਹੋਇਆ ਤੇ ਬਾਲਕ ਗੁਰੂ ਨਾਨਕ ਦੇਵ ਮਹਾਰਾਜ ਜੀ ਰੋਈ ਨਹੀਂ ਹੈ, ਉਹਨਾਂ ਦੀ ਆਵਾਜ਼ ਨਹੀਂ ਆਈ। ਹੁਣ ਕਹਿੰਦੇ ਦਾਈ ਦੌਲਤਾਂ ਦੇ ਮਨ ਵਿੱਚ ਇੱਕ ਚਿੰਤਾ ਵਿਆਪੀ ਕਿ ਕਿਤੇ ਇਹ ਜਿਹੜਾ ਬੱਚਾ ਜਨਮਿਆ ਠੀਕ ਹੋਵੇ ਸਹੀ। ਪਰ ਕਹਿੰਦੇ ਕੁਝ ਸਮੇਂ ਬਾਅਦ ਵਿਦਵਾਨ ਨੇ ਕਹਿੰਦੇ ਆ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਥੋੜੀ ਆਵਾਜ਼ ਕੱਢੀ ਹੈ। ਉਹ ਰੋਣ ਦੀ ਆਵਾਜ਼ ਨਹੀਂ ਸੀ, ਉਹ ਕੀਰਤਨ ਦੀ ਆਵਾਜ਼, ਉਹ ਸੰਗੀਤਕ ਆਵਾਜ਼ ਸੀ, ਉਹ ਅਨਹਦ ਧੁਨ ਦੀ ਆਵਾਜ਼ ਸੀ। ਜਦੋਂ ਇਹ ਆਵਾਜ਼ ਦਾਈ ਦੌਲਤਾਂ ਦੇ ਕੰਨਾਂ ਵਿੱਚ ਪਈ ਹੈ ਨਾ, ਆ ਕੇ ਮਹਿਤਾ ਕਾਲੂ ਨੂੰ ਕਹਿਣ ਲੱਗੀ, ਮਹਿਤਾ ਕਾਲੂ ਜੀ ਇਹ ਕੋਈ ਬੱਚਾ ਆਮ ਨਹੀਂ ਹੈ, ਇਹ ਰੋਇਆ ਨਹੀਂ ਹੈ, ਪਰ ਕੁਝ ਸਮੇਂ ਬਾਅਦ ਜਦੋਂ ਬੋਲਿਆ ਇਹਦੀ ਆਵਾਜ਼ ਮੈਨੂੰ ਧੁਨ ਤੇ ਅਨਹਦ ਦੀ ਵੱਖਰੀ ਆਵਾਜ਼ ਸੁਣਨ ਨੂੰ ਮਿਲੀ ਹੈ। ਉਹਦੀ ਆਵਾਜ਼ ਜਦੋਂ ਮੇਰੇ ਕੰਨਾਂ ਵਿੱਚ ਪਈ ਹੈ, ਇੱਕ ਮੈਨੂੰ ਜੀਵਨ ਦਾ ਆਨੰਦ ਤੇ ਖੇੜਾ ਮਿਲਿਆ। ਹੁਣ ਕਹਿੰਦੇ ਜਦੋਂ ਇਹ ਆ ਕੇ ਬੋਲ, ਦਾਈ ਦੌਲਤਾਂ ਨੇ ਜਦੋਂ ਮਹਿਤਾ ਕਾਲੂ ਜੀ ਨੂੰ ਕਹੇ ਨਾ, ਸਾਧ ਸੰਗਤ ਜੀ ਕੁਝ ਪੈਸੇ ਮਹਿਤਾ ਕਾਲੂ ਜੀ ਨੇ ਦੇਣ ਦਾ ਯਤਨ ਕੀਤਾ। ਦਾਈ ਦੌਲਤਾਂ ਕਹਿਣ ਲੱਗੀ ਕਿ ਮਹਿਤਾ ਕਾਲੂ ਜੀ ਮੈਨੂੰ ਧਨ ਦੀ ਜ਼ਰੂਰਤ ਨਹੀਂ ਹੈ, ਜੋ ਧਨ ਮੈਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਸੌਂਪਿਆ, ਜੋ ਧਨ ਮੈਨੂੰ ਉਹਨਾਂ ਦੇ ਦਰਸ਼ਨ ਦੇ ਨਾਲ ਮਿਲਿਆ ਨਾ, ਮੈਨੂੰ ਦੁਨਿਆਵੀ ਧਨ ਦੀ ਲੋੜ ਨਹੀਂ ਹੈ। ਉਹ ਧਨ ਦੀ ਲੋੜ ਨਹੀਂ ਹੈ ਜੋ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਕਬੀਰ ਸਾਹਿਬ ਜੀ ਵੀ ਕਹਿ ਰਹੇ ਹੈ। ਕਬੀਰ ਸਾਹਿਬ ਜੀ ਕਹਿੰਦੇ ਹਮਰਾ ਧਨ ਮਾਧੋ ਗੋਬਿੰਦ ਧਰਨੀ ਤਰ, ਕਿ ਇਸ ਮੇਰੇ ਮੱਤ ਵਿੱਚ ਉਸ ਪਰਮਾਤਮਾ ਦਾ ਨਾਮ ਜਿਹੜਾ ਧਰਤੀ ਦਾ ਪਾਲਣ ਵਾਲਾ, ਧਰਤੀ ਦਾ ਆਸਰਾ ਹੈ, ਉਹਦਾ ਨਾਮ ਹੀ ਸ੍ਰੇਸ਼ਟ ਹੈ। ਇਹ ਹੈ ਸਾਰ ਤਨ ਕਹੀ ਹੈ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ। ਕਬੀਰ ਸਾਹਿਬ ਜੀ ਕਹਿੰਦੇ ਜੋ ਸੁਖ ਪ੍ਰਭੂ ਦੀ ਸੇਵਾ ਦੇ ਅੰਦਰ ਮਿਲਦਾ ਹੈ, ਉਹ ਸੁਖ ਸੰਸਾਰ ਦੇ ਅੰਦਰ ਹੋਰ ਚੀਜ਼ਾਂ ਵਿੱਚ ਨਹੀਂ ਹੈ। ਜਦੋਂ ਆਪ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਹੋ, ਸਤਿਗੁਰੂ ਜੀ ਕਹਿੰਦੇ ਸੁਖ ਨਾਹੀ ਬਹੁਤੈ ਤਨ ਖਾਟੈ, ਸੁਖ ਨਾਹੀ ਪੇਖੈ ਨਿਰਪ ਨਾਟੈ, ਸੁਖ ਨਾਹੀ ਬਹੁ ਦੇਸ਼ ਕਮਾਏ, ਸਰਬ ਸੁਖਾਂ ਹਰ ਹਰ ਗੁਣ ਗਾਏ। ਹੁਣ ਉੱਥੇ ਗੁਰੂ ਸਾਹਿਬ ਜੀ ਕਹਿੰਦੇ ਕਿ ਮਨੁੱਖ ਤਾਂ ਧਨ ਪਿੱਛੇ ਸੁਖ ਭਾਲ ਰਿਹਾ। ਕਹਿ ਲਗੇ ਨਹੀਂ, ਧਨ ਪਿੱਛੇ ਸੁਖ ਨਹੀਂ ਹੈ, ਬਾਦਸ਼ਾਹੀ ਪਿੱਛੇ ਸੁਖ ਨਹੀਂ ਹੈ। ਸੁਖ ਨਾਹੀ ਬਹੁ ਦੇਸ਼ ਕਮਾਏ, ਭਾਵੇਂ ਤੂੰ ਸੰਸਾਰ ਦੇ ਅੰਦਰ ਸਾਰੀ ਸ੍ਰਿਸ਼ਟੀ ਦੇ ਅੰਦਰ ਤੂੰ ਹੁਕਮਰਾਨ ਬਣ ਜਾ, ਪਰ ਯਾਦ ਰੱਖੀ ਇਹਨਾਂ ਚੀਜ਼ਾਂ ਵਿੱਚ ਸੁਖ ਨਹੀਂ ਮਿਲਦਾ। ਫਿਰ ਸਤਿਗੁਰੂ ਨੂੰ ਪੁੱਛੀਏ ਕਿ ਸਤਿਗੁਰੂ ਜੀ ਕਿਸ ਚੀਜ਼ ਵਿੱਚ ਸੁਖ ਮਿਲੇਗਾ। ਪਾਤਸ਼ਾਹ ਜੀ ਕਹਿੰਦੇ ਸੁਖ ਨਾਹੀ ਬਹੁ ਦੇਸ਼ ਕਮਾਏ, ਸਰਬ ਸੁਖਾਂ ਹਰ ਹਰ ਗੁਣ ਗਾਏ। ਹੇ ਮੇਰੇ ਗੁਰੂ ਕੇ ਸਿੱਖਾ, ਜੇ ਜ਼ਿੰਦਗੀ ਦੇ ਅੰਦਰ ਤੂੰ ਅਧਿਆਤਮਿਕ ਸੁੱਖ ਲੈਣਾ, ਅਧਿਆਤਮਿਕ ਮੰਡਲ ਦੇ ਖੇਤਰ ਵਿੱਚ ਸੁੱਖ ਲੈਣਾ, ਤੇ ਯਾਦ ਰੱਖੀ ਸ਼ਬਦ ਗੁਰੂ ਦੇ ਨਾਲ ਜੁੜ ਜਾ। ਜਦੋਂ ਸ਼ਬਦ ਗੁਰੂ ਦੇ ਨਾਲ ਜੁੜ ਜਾਏਗਾ
ਤੇਰੇ ਜੀਵਨ ਦੇ ਅੰਦਰ ਅਧਿਆਤਮ ਖੇੜਾ ਤੇ ਖੁਸ਼ੀ ਮਿਲੇਗੀ। ਉਹ ਸੁੱਖ ਮਿਲੇਗਾ ਜਿਹੜਾ ਤੇਰਾ ਲੋਕ ਤੇ ਪਰਲੋਕ ਵਿੱਚ ਸਹਾਇਤਾ ਕਰੇਗਾ। ਹੁਣ ਇੱਥੇ ਵੀ ਕਬੀਰ ਸਾਹਿਬ ਜੀ ਇਹ ਕਹਿ ਰਹੇ ਆ, ਕਬੀਰ ਸਾਹਿਬ ਜੀ ਕਹਿੰਦੇ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਈ ਹੈ। ਉਹ ਬਾਦਸ਼ਾਹੀਆਂ ਤੇ ਰਾਜ ਦੇ ਨਾਲ ਸੁੱਖ ਨਹੀਂ ਮਿਲਦਾ। ਹੁਣ ਸ਼ੁਰੂਆਤ ਦੇ ਅੰਦਰ ਕਹਿ ਰਹੇ ਆ ਗੌੜੀ, ਕਿਉਂਕਿ ਗੌੜੀ ਰਾਗ ਹੈ, ਕਹਿਣ ਲੱਗੇ ਅਗਨ ਨਾ ਦਹੈ ਪਾਵਨ ਨਹੀਂ ਮਗਨ ਹੈ ਤਸਕਰ ਨੇਰ ਨਾ ਆਵੈ। ਅਗਨ ਦਾ ਅਰਥ ਅਸੀਂ ਸਾਰੇ ਜਾਣਦੇ ਹਾਂ ਕਿ ਅੱਗ, ਦਹਿ ਦਾ ਅਰਥ ਬਣਦਾ ਹੈ ਕਿ ਸਾੜਨੀ, ਕਿਉਂਕਿ ਅੱਗ ਦਾ ਸੁਭਾਅ ਹੈ। ਕੋਈ ਵੀ ਚੀਜ਼ ਅੱਗ ਵਿੱਚ ਅਸੀਂ ਰੱਖਾਂਗੇ ਸਾਧ ਸੰਗਤ ਜੀ ਉਹ ਸਾੜ ਦੇਵੇਗੀ, ਕੁਝ ਵੀ ਛੱਡ ਦੇਵਾਂਗੇ ਉਸ ਨੂੰ ਪਿਘਲਾ ਦੇਵੇਗੀ। ਕਬੀਰ ਸਾਹਿਬ ਜੀ ਕਹਿੰਦੇ ਅਗਨ ਨਾ ਦਹਿ, ਜਿਹੜਾ ਨਾਮ ਰੂਪੀ ਧਨ ਹੈ ਨਾ, ਇਸ ਨੂੰ ਅੱਗ ਨਹੀਂ ਸਾੜ ਸਕਦੀ, ਕਿਉਂਕਿ ਦੁਨੀਆ ਦੇ ਅੰਦਰ ਕੋਈ ਵੀ ਚੀਜ਼ ਕੋਈ ਅੱਗ ਵਿੱਚ ਸੱਟਾਂਗੇ ਤੇ ਸਾੜੇਗੀ। ਪਵਨ ਨਹੀਂ ਮਗਣਾ, ਹਵਾ ਉਸ ਨੂੰ ਉਡਾ ਨਹੀਂ ਸਕਦੀ। ਤਸਕਰ ਨੇਰ ਨਾ ਆਵੈ, ਤਸਕਰ ਦਾ ਅਰਥ ਜੋ ਵਿਦਵਾਨਾਂ ਨੇ ਕੀਤਾ ਕਿ ਚੋਰ, ਕਿ ਇਸ ਨੂੰ ਚੋਰ ਵੀ ਚੋਰੀ ਨਹੀਂ ਕਰ ਸਕਦਾ। ਕਿਉਂਕਿ ਜਦੋਂ ਆਪ ਜੀ ਇੱਕ ਥਾਂ ਤੇ ਪੰਚਮ ਗੁਰਦੇਵ ਪਾਤਸ਼ਾਹ ਜੀ ਦਾ ਬਚਨ ਪੜ੍ਹਦੇ ਹੋ ਧਨਾਸਰੀ ਰਾਗ ਦੇ ਅੰਦਰ, ਉਹਨਾਂ ਨੇ ਪਹਿਲੀ ਪੰਕਤੀ, ਜੋ ਪੰਕਤੀ ਅੱਜ ਦੀ ਪੰਕਤੀ ਹੈ ਨਾ, ਇਸ ਪੰਕਤੀ ਨੂੰ ਖੁੱਲ੍ਹ ਕੇ ਉਹਨਾਂ ਨੇ ਅਰਥ ਕੀਤੇ ਹੈ। ਕਹਿਣ ਲੱਗੇ ਸਿਮਰੋਂ ਸਿਮਰ ਸਿਮਰ ਸੁਖ ਪਾਵੂੰ ਸਾਸ ਸਾਸ ਸੰਭਾਲੇ, ਇਹ ਲੋਕ ਪਰਲੋਕ ਸੰਗ ਸਹਾਈ ਜਤ ਕਤ ਮੋਹਿ ਰਖਵਾਲੇ। ਗੁਰ ਕਾ ਬਚਨ ਬਸੈ ਜੀ ਨਾਲੇ ਜਲ ਨਹੀਂ ਡੂਬੈ ਤਸ ਕਰ ਨਹੀਂ ਲੇਵੈ, ਕਿ ਜਿਹੜਾ ਨਾਮ ਰੂਪੀ ਧਨ ਹੈ ਇਸ ਨੂੰ ਜਲ ਵੀ ਡੁਬਾ ਨਹੀਂ ਸਕਦਾ, ਇਸ ਨੂੰ ਚੋਰ ਵੀ ਚੋਰੀ ਨਹੀਂ ਕਰ ਸਕਦਾ, ਕੋਈ ਸੰਨ ਨਹੀਂ ਲਾ ਸਕਦਾ। ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾਏ ਨਾ ਸਾਕੈ ਜਲ ਹੈ। ਫਿਰ ਅੱਗ ਵੀ ਸਾੜ ਨਹੀਂ ਸਕਦੀ। ਨਿਰਧਨ ਕੋ ਤਨ ਅੰਧਲੇ ਕੋ ਟਿਕ ਮਾਤ ਦੂਤ ਜੈਸੇ ਬਲ ਹੈ। ਇਹ ਨਾਮ ਰੂਪੀ ਧਨ ਜੀਵਨ ਦੇ ਅੰਦਰ ਕਿਸ ਤਰ੍ਹਾਂ ਕਰਮ ਕਰਦਾ ਹੈ, ਉਹ ਤੇ ਪੰਚਮ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਜਿਵੇਂ ਕੋਈ ਕੰਗਾਲ ਬੰਦੇ ਨੂੰ ਧਨ ਮਿਲ ਜਾਏ ਤੇ ਖੁਸ਼ ਹੋ ਜਾਂਦਾ, ਤੇ ਅੰਧਲੇ ਬੰਦੇ ਨੂੰ ਕੋਈ ਮਾਰਗ ਤੇ ਪਹੁੰਚਾ ਦੇਵੇ, ਜਿਸ ਨੂੰ ਕੁਝ ਨਜ਼ਰ ਨਾ ਆਵੇ ਤੇ ਉਸ ਨੂੰ ਆਪਣੀ ਮੰਜ਼ਿਲ ਤੇ ਪਹੁੰਚਾ ਦੇਵੇ, ਉਹ ਸਹਾਰਾ ਬਣ ਜਾਂਦਾ ਹੈ। ਕਹਿਣ ਲੱਗੇ ਨਿਰਤਨ ਕੋ ਤਨ ਅੰਧਲੇ ਕੋ ਟਿਕ ਮਾਤ ਦੂਧ ਜੈਸੇ ਬਾਲੇ। ਜਿਵੇਂ ਇੱਕ ਬੱਚਾ ਰੋ ਰਿਹਾ ਹੋਵੇ ਤੇ ਉਸ ਨੂੰ ਮਾਂ ਦਾ ਦੁੱਧ ਮਿਲ ਜਾਏ। ਮਾਤ ਦੂਤ ਜੈਸੇ ਬਾਲੇ ਸਾਗਰ ਮੈਂ ਪਾਇਓ ਹਰ ਬੋਇਤ ਕਰੀ ਕਿਰਪਾ ਕਿਰਪਾਲੇ। ਜਿਵੇਂ ਡੋਬਰੇ ਨੂੰ ਜਹਾਜ਼ ਮਿਲ ਜਾਵੇ, ਗੁਰੂ ਦਾ ਸ਼ਬਦ ਇਸ ਤਰ੍ਹਾਂ ਜੀਵਨ ਦੇ ਅੰਦਰ ਸਹਾਇਤਾ ਕਰ। ਹੁਣ ਇੱਥੇ ਵੀ ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਕਹਿ ਰਿਹਾ ਅਗਨ ਨਾ ਦਹਿ ਪਵਨ ਨਹੀਂ ਮਗਨੈ ਤਸਕਰ ਨੇਰ ਨਾ ਆਵੈ। ਇਸ ਨੂੰ ਚੋਰ ਵੀ ਨਹੀਂ ਚੁਰਾ ਸਕਦਾ, ਅੱਗ ਵੀ ਨਹੀਂ ਸਾੜ ਸਕਦੀ, ਇਸ ਨੂੰ ਹਵਾ ਵੀ ਨਹੀਂ ਉਡਾ ਸਕਦੀ, ਕਿਉਂਕਿ ਅੱਗ ਦਾ ਸੁਭਾਅ ਹੈ ਸਾੜਨਾ, ਪਵਨ ਦਾ ਸੁਭਾਅ ਹੈ ਉਡਾਣਾ, ਤੇ ਚੋਰ ਦਾ ਜਿਹੜਾ ਕੰਮ ਹੈ ਚੋਰੀ ਕਰਨਾ। ਗੁਰਬਾਣੀ ਪੜ੍ਹਦੇ ਹੋ ਸਤਿਗੁਰੂ ਜੀ ਨੇ ਵੈਸੇ ਚੋਰ ਨੂੰ ਵੀ ਫਿਟਕਾਰ ਪਾਈ ਹੈ, ਚੋਰ ਸਵਾਲਿਓ ਚੋਰ ਸੁਆਣਾ ਖੋਟੇ ਕਾ ਮੁੱਲ ਏਕ ਦੁਗਾਣਾ। ਚੋਰ ਕੀ ਹਾਮਾ ਪਰੈ ਨਾ ਕੋਈ, ਚੋਰ ਕਿਆ ਚੰਗਾ ਕਿਉਂ ਹੋਏ। ਚੋਰ ਭਾਵੇਂ ਜਿਤਨਾ ਮਰਜ਼ੀ ਚੰਗਾ ਕੰਮ ਕਰੀ ਜਾਵੇ, ਪਰ ਸਾਧ ਸੰਗਤ ਜੀ ਸੰਸਾਰ ਦੇ ਲੋਕ ਉਸ ਨੂੰ ਚੋਰੀ ਕਹਿਣਗੇ, ਚੰਗਾ ਥੋੜ੍ਹੀ ਕਹਿਣਗੇ। ਹੁਣ ਇੱਥੇ ਵੀ ਪਾਤਸ਼ਾਹ ਜੀ ਕਹਿੰਦੇ ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਕਹਿ ਰਹੇ ਆ ਅਗਨ ਨਾ ਦਹਿ ਪਵਨ ਹੀ ਮਗਨੈ ਤਸਕਰ ਨੇਰ ਨਾ ਆਵੈ ਪਰ ਰਾਮ ਨਾਮ ਤਨ ਕਰ ਸੰਚੋਨੀ। ਕਹਿਣ ਲੱਗੇ ਮੇਰੇ ਮਤ ਵਿੱਚ ਨਾ ਮੈਂ ਤੇ ਰਾਮ ਰੂਪੀ ਨਾਮ ਰੂਪੀ ਧਨ ਨੂੰ ਇਕੱਠਾ ਕਰ ਰਿਹਾ, ਉਸ ਨੂੰ ਇਕੱਤਰ ਕਰ ਰਿਹਾ। ਜਿਵੇਂ ਆਪ ਜੀ ਇੱਕ ਥਾਂ ਤੇ ਬਚਨ ਪੜ੍ਹਦੇ ਹੋ ਕਾਚਾ ਧਨ ਗੁਰਮਤੀ ਪਾਈ ਸਾਚਾ ਧਨ, ਉੱਥੇ ਕਾਚਾ ਧਨ ਦੇ ਬਾਰੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿ ਰਹੇ, ਕਹਿਣ ਲੱਗੇ ਕਿ ਜਿਹੜਾ ਕੱਚਾ ਧਨ ਹੈ ਨਾ ਉਹ ਆਉਂਦਾ ਤੇ ਚਲਾ ਜਾਂਦਾ ਹੈ, ਜਿਹੜਾ ਸੱਚਾ ਧਨ ਹਮੇਸ਼ਾ ਸਾਥ ਦਿੰਦਾ। ਸਾਚਾ ਧਨ ਗੁਰਮਤੀ ਪਾਏ ਕਾਚਾ ਧਨ ਫੁਨ ਆਵੈ ਜਾਏ। ਇਸ ਥਾਂ ਤੇ ਵੀ ਕਹਿ ਰਿਹਾ ਰਾਮ ਨਾਮ ਤਨ ਕਰ ਸੰਚੋਨੀ ਸੋ ਤਨ ਕਤਹੀ ਨਾ ਜਾਵੈ। ਉਹ ਤਨ ਕਿਤੇ ਵੀ ਨਹੀਂ ਜਾਂਦਾ, ਕੋਈ ਨਾਸ਼ ਨਹੀਂ ਕਰ ਸਕਦਾ। ਕਹਿਣ ਲੱਗੇ ਇਸ ਤਨ ਕਾਰਨ ਸ਼ਿਵ ਸਨਕਾਦਿਕ। ਕਬੀਰ ਸਾਹਿਬ ਜੀ ਕਹਿੰਦੇ ਇਸ ਧਨ ਨੂੰ ਨਾ ਸ਼ਿਵ ਜੀ ਵੀ ਲੋਚ ਰਿਹਾ। ਸਨਕਾਦਿਕ ਬ੍ਰਹਮਾ ਜੀ ਦੇ 4 ਪੁੱਤਰ ਜਿਨ੍ਹਾਂ ਦਾ ਨਾਮ ਮਿਲਦਾ ਸਨਕ, ਸਨੰਦਨ, ਸਨਤ ਕੁਮਾਰ ਤੇ ਸਨਾਤਨ। 4 ਪੁੱਤਰ ਉਹਨਾਂ ਦੇ ਕਹੇ ਗਏ ਜੋ ਇਤਿਹਾਸ ਕਹਿੰਦਾ, ਕਿਉਂਕਿ ਆਪ ਜੀ ਇੱਕ ਥਾਂ ਤੇ ਬਚਨ ਪੜ੍ਹਦੇ ਹੋ ਸਨਕ ਸਨੰਦ ਮਹੇਸ਼ ਸਮਾਨਾ ਸ਼ੇਖ ਨਾਗ ਤੇਰੋ ਮਰਮ ਨਾ ਜਾਣ। ਉੱਥੇ ਤਾਂ ਵੈਸੇ ਉਹ ਪ੍ਰਮਾਤਮਾ ਦੀ ਵਡਿਆਈ ਨੂੰ ਦਰਸਾਇਆ। ਇੱਥੇ ਵੀ ਕਹਿ ਰਹੇ ਆ ਇਸ ਤਨ ਕਾਰਨ ਸ਼ਿਵ ਸਨਖਾਦਕ ਖੋਜਤ ਪਏ ਉਦਾਸੀ।
ਕਹਿਣ ਲੱਗੇ ਕਬੀਰ ਸਾਹਿਬ ਇਸ ਧਨ ਪਿੱਛੇ शिव जी भी इसनूं लोच रहा सी। सुर नर मुनजन लोचदे सो अमृत गुर ते पाया। फिर सनकादिक का भी जिक्र खोजत पे, खोजद्यां खोजद्यां इस संसार तो विरक्त हो गए, चले गए। मन मुकंद जेबा नारायण परया ना जम की फांसी। मन मुकंद का अर्थ है कि वह मुक्ति दाता। जदों कोई धन इस धन नूं इकट्ठा करदा है, कहन लगे फिर उहदा जीवन मुक्त हो जाता है। जेबा तो जिहड़ा परमात्मा दे नाम ਨੂੰ ਉਚਾਰਨ ਕਰਦਾ ਰੇ ਜੀਵਾ ਕਰੂੰ ਸਤਖੰਡ ਜਾਮ ਨਾ ਉਤਰੋਂ ਸ਼੍ਰੀ ਗੋਬਿੰਦ। ਉਹ ਜੇਬਾ ਦੇ ਟੋਟੇ ਕਰ ਦੇਣੇ ਚਾਹੀਦੇ ਹੈ ਜਿਹੜੀ ਰਸਨਾ ਤੋਂ ਪ੍ਰਮਾਤਮਾ ਦਾ ਨਾਮ ਨਹੀਂ ਉਚਾਰਨ ਹੁੰਦਾ। ਰਸਨਾ ਜਪਤੀ ਤੂੰ ਹੀ ਰਸਨਾ ਗੁਣ ਗੋਪਾਲ ਨਿਤ ਗਾਇਨ ਸ਼ਾਂਤ ਸਹਿਜ ਰਸ ਮਨ ਉਪਜਿਓ ਸਗਲੇ ਦੁਖ ਭਲਾਇਨ। ਹੁਣ ਇੱਥੇ ਕਬੀਰ ਸਾਹਿਬ ਜੀ ਕਹਿ ਰਹੇ ਆ ਮਨ ਮੁਕੰਦ ਜੀਵਾ ਨਾਰਾਇਣ ਪਰਿਆ ਨਾ ਜਮ ਕੀ ਫਾਂਸੀ। ਜਿਹੜਾ ਮਨ ਕਰਕੇ ਉਸ ਪਰਮਾਤਮਾ ਨੂੰ ਯਾਦ ਕਰਦਾ ਹੈ, ਜਿਹੜਾ ਆਪ ਮੁਕਤ ਹੈ, ਫਿਰ ਦੂਜਿਆਂ ਨੇ ਵੀ ਮੁਕਤ ਕਰ ਦਿੰਦਾ। ਆਪ ਮੁਕਤ ਕਰੈ ਸੰਸਾਰ, ਨਾਨਕ ਤੇ ਜਨ ਕੋ ਸਦਾ ਨਮਸਕਾਰ। ਕਹਿਣ ਲੱਗੇ ਨਿਜ ਤਨ ਗਿਆਨ ਭਗਤ ਗੁਰੂ ਦੀਨੀ ਤਾਸ ਸੁਮਤ ਮਨ ਲਾਗਾ। ਇਹ ਜਿਹੜਾ ਨਾਮ ਰੂਪੀ ਧਨ ਹੈ ਇਹ ਗੁਰੂ ਨੇ ਮੈਨੂੰ ਬਖਸ਼ ਦਿੱਤਾ ਹੈ, ਮੇਰੇ ਮਤ ਔਰ ਸੁਮਤ ਵਿੱਚ ਪਾ ਦਿੱਤਾ ਹੈ। ਹੁਣ ਮੇਰਾ ਮਨ ਹੈ ਸੱਚਮੁੱਚ ਜੀਵਨ ਦੇ ਵਿੱਚ ਲੱਗ ਗਿਆ, ਉਸ ਨਾਮ ਰੂਪੀ ਜੀਵਨ ਵਿੱਚ ਲੱਗ ਗਿਆ। ਕਹਿਣ ਲੱਗੇ ਜਲਤ ਅੰਬ ਥੰਬ ਮਨ ਧਾਵਤ ਭਰਮ ਬੰਧਨ ਪਉ ਭਾਗਾ। ਕਿਉਂਕਿ ਇਹ ਜੀਵਨ ਦੇ ਵਿੱਚ ਇੱਕ ਸਾਧ ਸੰਗਤ ਕਬੀਰ ਸਾਹਿਬ ਜੀ ਕਹਿੰਦੇ ਜਿਵੇਂ ਇੱਕ ਸਾਡਰੇ ਨੂੰ ਪਾਣੀ ਮਿਲ ਜਾਵੇ ਔਰ ਇੱਕ ਮਕਾਨ ਨੂੰ ਇੱਕ ਥੰਮ ਦਾ ਸਹਾਰਾ ਮਿਲ ਜਾਵੇ। ਜਿਵੇਂ ਆਪ ਜੀ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ ਪੜ੍ਹਦੇ ਹੋ, ਜਿਉ ਮੰਦਰ ਕੋ ਥਾਮੈ ਥਮਨ ਤਿਉਂ ਗੁਰ ਕਾ ਸ਼ਬਦ ਮਨੈ ਅਸਥਾਮਨ। ਇਸ ਤਰ੍ਹਾਂ ਸਹਾਰਾ ਬਣ ਜਾਂਦਾ। ਕਹਿਣ ਲੱਗੇ ਭਰਮ ਬੰਧਨ ਪਉ ਭਾਗਾ। ਇਹ ਜੀਵਨ ਵਿੱਚ ਭਰਮ ਨੂੰ ਇਸ ਨੇ ਬੰਧਨਾਂ ਨੂੰ ਕੱਟ ਦਿੱਤਾ ਹੈ। ਕਿਉਂਕਿ ਸਭੈ ਉਡਾਣੀ ਪਰਮ ਕੀ ਟਾਟੀ ਰਹਿ ਨਾ ਮਾਇਆ ਬਾਂਧੀ। ਅੰਤਲੇ ਪਦੇ ਦੇ ਅੰਦਰ ਕਬੀਰ ਸਾਹਿਬ ਜੀ ਕਹਿਣ ਲੱਗੇ ਕਹਿ ਕਬੀਰ ਮਦਨ ਕੇ ਮਾਤੇ ਹਿਰਦੈ ਦੇਖ ਵਿਚਾਰੀ। ਕਬੀਰ ਸਾਹਿਬ ਜੀ ਕਹਿੰਦੇ ਕਿ ਅਸਲ ਦੇ ਅੰਦਰ ਇਹ ਜੀਵ ਮਾਇਆ ਦੇ ਵਿੱਚ ਮੱਤੇ ਹੋਏ ਜੀਵ ਉਸ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਿਚਾਰ ਕਰਕੇ ਦੇਖ। ਤੁਮ ਕਰ ਲਾ ਕੋਟ ਅਸ ਹਸਤੀ ਹਮ ਕਰ ਏਕ ਮੁਰਾਰੀ। ਤੇਰੇ ਘਰ ਭਾਵੇਂ ਲੱਖਾਂ ਕਰੋੜ ਹਾਥੀ ਨੇ, ਭਾਵੇਂ ਤੇਰੇ ਘਰ ਘੋੜੇ ਨੇ, ਪਰ ਮੇਰੇ ਹਿਰਦੇ ਘਰ ਵਿੱਚ ਉਹ ਪਰਮਾਤਮਾ ਦਾ ਜਾਪ ਹੈ। ਸੋ ਸਤਿਗੁਰੂ ਜੀ ਕਿਰਪਾ ਕਰਨ। ਸਮੇਂ ਦੀ ਸਮਾਪਤੀ ਹੈ। ਯਤਨ ਕਰੀਏ ਜੋ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਨੇ ਹੁਕਮ ਕੀਤਾ, ਜੋ ਆਦੇਸ਼ ਦਿੱਤਾ, ਉਸ ਨੂੰ ਆਪਣੇ ਜੀਵਨ ਦੇ ਅੰਦਰ ਕਮਾ ਸਕੀਏ। ਸਾਹਿਬਾਂ ਦੇ ਬਚਨ ਹਨ ਕਿ ਕਿਨਕਾ ਏਕ ਜਿਸ ਜੀ ਵਸਾਵੈ ਤਾਂ ਕਿ ਮਹਿਮਾ ਗਨੀ ਨਾ ਆਵੈ। ਜਿਹੜਾ ਇੱਕ ਕਿਨਕਾ ਮਾਤਰ ਵੀ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਪਰ ਉਹਦੀ ਮਹਿਮਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਸਤਿਗੁਰੂ ਜੀ ਕਿਰਪਾ ਕਰਨ। ਸੋ ਸ਼ਬਦ ਦੀ ਵਿਚਾਰ ਕਰਦੇ ਹਾਂ, ਗੁਰ ਇਤਿਹਾਸਿਕ ਵਿਚਾਰਾਂ ਕਰਦੇ ਹਾਂ। ਭੁੱਲਾਂ ਗਲਤੀਆਂ ਹੋਣੀਆਂ ਲਾਜ਼ਮੀ ਨੇ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਔਰ ਗੁਰੂ ਕੀ ਮਹਾਨ ਸੰਗਤ ਬਖਸ਼ਣਯੋਗ ਹੈ ਜੀ। ਬਖਸ਼ ਲੈਣਾ ਜੀ। ਆਓ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ